महंगाई लगातार ਵਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਨੋਖੇ ਤਰੀਕੇ ਦੇ ਪ੍ਰਦਰਸ਼ਨ ਵੀ ਹੋਣਾ ਕੀਤੇ ਜਾ ਰਹੇ ਨੇ। ਬੜਾ ਕਮਾਲ ਹੁੰਦਾ ਸੀਗਾ ਕਿ ਆਮ ਤੌਰ ਤੇ ਖੇਤਾਂ 'ਚ ਨਿੰਬੂ ਲੱਗਿਆ ਹੋਣਾ ਵੀ ਹੋਰ ਨਹੀਂ ਕੋਈ ਯਾਰ ਚਲੋ ਸ਼ਿਕੰਜਵੀ ਬਣਾ ਲਓ, ਨਿੰਬੂ ਪਾ ਕੇ ਸ਼ਿਕੰਜਵੀ ਬਣਾ ਲੈਂਦੇ ਸੀ। ਅੱਜ ਇੱਕ ਨਿੰਬੂ 25 ਰੁਪਏ ਦਾ ਮਿਲਦਾ ਹੈ, 250 ਰੁਪਏ ਕਿਲੋ ਮਿਲ ਰਹੇ ਨੇ ਇੱਥੇ, ਤੇ ਲੋਕ ਜਾਣਗੇ ਕਿੱਧਰ। ਤੁਸੀਂ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰ ਲਓ, ਜੇ ਛੋਟੇ ਤੋਂ ਛੋਟੇ ਘਰ ਦਾ ਰਾਸ਼ਨ 4000 ਰੁਪਏ ਦਾ ਮਹੀਨੇ ਦਾ ਹੁੰਦਾ ਸੀ, ਅੱਜ ਉਹ ਰਾਸ਼ਨ 5000 ਜਾਂ 5500 ਚ ਆਉਂਦਾ। 1500 ਰੁਪਇਆ ਵੱਧ ਗਿਆ 4000 ਦੇ ਪਿੱਛੇ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ, ਆਮ ਲੋਕਾਂ ਦੇ ਘਰਾਂ ਦੇ ਬਜਟ ਵਿਗੜ ਰਹੇ ਨੇ। ਅਜਿਹੇ ਦੇ ਵਿੱਚ ਕਾਫੀ ਕਾਰੋਬਾਰੀ ਨੇ, ਉਹਨਾਂ ਨੂੰ ਛੱਡ ਕੇ ਆਮ ਲੋਕਾਂ ਦਾ ਵੀ ਖਿਆਲ ਰੱਖਿਆ ਕਰੋ। ਢਿੱਲੋਂ ਜੀ, ਗੱਲ ਕੀਤੀ ਜਾਵੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਾਂ ਇਸ ਦਾ ਕੀ ਬਣਿਆ? ਇਹ ਸਵਾਲ 38 ਸਾਲਾਂ ਦੇ ਬਾਅਦ ਵੀ ਜਿਉਂਦਾ ਤਿਉਂ ਖੜਿਆ। ਸਾਡੇ ਤੋਸ਼ੇਖਾਨੇ 'ਚੋਂ ਬਹੁਤ ਸਾਰੀਆਂ ਕੀਮਤੀ ਵਸਤਾਂ ਜਿਹੜੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਰਾਜਾ ਮਹਾਰਾਜਿਆਂ ਨੇ ਦਾਨ ਕੀਤੀਆਂ ਹੋਈਆਂ ਸਨ, ਕੁਝ ਗ੍ਰੰਥ ਸੀ, ਇਤਿਹਾਸਕ ਪੁਸਤਕਾਂ ਸੀ, ਇਤਿਹਾਸਕ ਹੋਰ ਵਸਤਾਂ ਸੀ, ਕਹਿੰਦੇ ਇਹਨਾਂ ਸਾਰੀਆਂ ਨੂੰ ਚੱਕ ਕੇ ਜਿਹੜਾ ਭਾਰਤੀ ਫੌਜ ਲੈ ਗਈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੂਨ ਦੇ ਮਹੀਨੇ ਵਿੱਚ ਇਹ ਕਹਿ ਦਿੰਦੇ ਆ ਕਿ ਸਾਨੂੰ ਉਹ ਸਮਾਨ ਵਾਪਸ ਨਹੀਂ ਮਿਲਿਆ। ਜਦੋਂ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ, ਉਹਨਾਂ ਨੇ ਇੱਕ ਸਬ ਕਮੇਟੀ ਬਣਾਈ, ਇਹ ਗੱਲ ਆ 2019 ਦੀ। ਉਹਦੇ ਵਿੱਚ ਕਈ ਮੈਂਬਰ ਸ਼ਾਮਲ ਕੀਤੇ ਗਏ, ਸਾਬਕਾ ਪ੍ਰਧਾਨ ਸ਼ਾਮਲ ਕੀਤੇ ਗਏ। ਉਹਨਾਂ ਨੇ ਕਿਹਾ ਸਾਨੂੰ ਵਾਪਸ ਨਹੀਂ ਦਿੱਤਾ। ਜਦੋਂ ਫਿਰ ਅਮਿਤ ਸ਼ਾਹ ਬਣਦੇ ਨੇ ਗ੍ਰਹਿ ਮੰਤਰੀ, ਇਹ ਚਿੱਠੀਆਂ ਲਿਖ ਦਿੰਦੇ ਸੀ ਹਰ ਵਾਰ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਜੇ ਅਸੀਂ ਸ਼ੇਰ ਹੈ ਤੇ ਅਮਿਤ ਸ਼ਾਹ ਸਵਾ ਸ਼ੇਰ ਹੈ। ਉਹਨੇ ਚਿੱਠੀ ਇਹਨਾਂ ਨੂੰ ਲਿਖਤੀ, ਤੁਸੀਂ ਸਾਨੂੰ ਸੂਚੀ ਬਣਾ ਕੇ ਦਿਓ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਤੁਹਾਡੀ ਰਹੇਗੀ। ਸੂਚੀ ਤਾਂ ਬਣਾਉਣ ਜੇ ਇਹਨਾਂ ਕੋਲ ਕੋਈ ਰਿਕਾਰਡ ਹੋਵੇ। ਉਲਟਾ ਫਸ ਗਏ ਉਹਦੇ 'ਚ। ਢਿੱਲੋਂ ਜੀ, ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਤਾਂ ਨਜਾਇਜ਼ ਖਨਨ ਮਾਮਲੇ 'ਚ ਦੇਖਿਆ ਜਾ ਰਿਹਾ ਕਿ ਸਕੰਜਾ ਉਹਨਾਂ ਤੇ ਕੱਸਦਾ ਨਜ਼ਰ ਆ ਰਿਹਾ, ਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਬੇਟਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਸ ਮਾਮਲੇ ਨੂੰ ਲੈ ਕੇ। ਚੰਨੀ ਸਾਹਿਬ ਦੇ ਮੁੰਡਿਆਂ ਤੋਂ ਪੁੱਛਗਿੱਛ, ਚੰਨੀ ਸਾਹਿਬ ਨੂੰ ਦੁਬਾਰਾ ਵੀ ਸੱਦਿਆ ਜਾ ਸਕਦਾ ਹੈ। ਇਹ ਹੁਣ ਚੰਨੀ ਸਾਹਿਬ ਨੂੰ ਚਾਹੀਦਾ ਹੈ ਕਿ ਜੇ ਉਹ ਨਿਰਦੋਸ਼ ਨੇ ਤਾਂ ਉਸ ਤਰ੍ਹਾਂ ਦੇ ਸਬੂਤ। ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਨੇ, ਉਹਨਾਂ ਨੂੰ ਵੀ ਅਗਲੇ ਸਮੇਂ ਵਿੱਚ ਬੁਲਾਇਆ ਜਾ ਸਕਦਾ ਹੈ। ਜੀ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ। ਕਿ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੱਖੋ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਬਠਿੰਡਾ ਦੇ ਵਿੱਚ ਅਨੋਖੇ ਤਰੀਕੇ ਦਾ ਪ੍ਰਦਰਸ਼ਨ ਕੀਤਾ ਗਿਆ। ਸਬਜ਼ੀਆਂ ਨੂੰ ਗਲ ਦੇ ਵਿੱਚ ਪਾ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਲਗਾਤਾਰ ਸਬਜ਼ੀਆਂ ਦੀ ਗੱਲ ਕੀਤੀ ਤਾਂ ਉਹਨਾਂ ਦੇ ਵੀ ਰੇਟ ਵਧਦੇ ਜਾ ਰਹੇ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ। ਖਨਨ ਮਾਮਲੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਸਕੰਜਾ ਉਹਨਾਂ ਤੇ ਕੱਸਣ ਵਾਲਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੇਟਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ, ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ। ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ PM ਮੋਦੀ ਨੂੰ ਲੈ ਕੇ, ਜਿਨ੍ਹਾਂ ਤੇ ਹਮੇਸ਼ਾ ਇਲਜ਼ਾਮ ਲਾਉਂਦੇ ਨੇ ਕਿ ਸਰਕਾਰੀ ਅਦਾਰੇ ਵੇਚੇ ਜਾਂਦੇ ਨੇ। ਇਸ ਨੂੰ ਲੈ ਕੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ। ਦੇਖਿਆ ਜਾ ਰਿਹਾ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਅਨੋਖੇ ਤਰੀਕੇ ਦੇ ਪ੍ਰਦਰਸ਼ਨ ਵੀ ਹੋਣਾ ਕੀਤੇ ਜਾ ਰਹੇ ਨੇ। ਇੱਕ ਨਵਾਂ ਤਰੀਕਾ ਅਪਣਾਇਆ ਗਿਆ। ਤੁਸੀਂ ਰੀਨਾ ਉਸ ਵੇਲੇ ਬਹੁਤ ਛੋਟੇ ਹੋਵੋਗੇ, ਇੱਕ ਜਸਪਾਲ ਭੱਟੀ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ, ਉਲਟਾ ਪੁਲਟਾ। ਕੋਈ ਬੰਦਾ ਉਹਦੇ ਕੋਲ ਜਾਂਦਾ ਹੈ, ਕਹਿੰਦਾ ਭੱਟੀ ਸਾਹਿਬ ਪਾਣੀ ਪਿਲਾਇਓ। ਫਰਿੱਜ ਦਾ ਖੋਲ ਰੱਖਿਆ ਵਾ, ਉਹਦੇ ਵਿੱਚ ਘੜਾ ਰੱਖਿਆ ਵਾ, ਕਹਿੰਦਾ ਯਾ ਲਓ ਪੀਓ ਪਾਣੀ। ਦੂਜਾ ਬੰਦਾ ਆ ਗਿਆ ਕਿ ਭੱਟੀ ਸਾਹਿਬ ਬੜਾ ਚਲਾਇਓ ਜਰਾ, ਗਰਮੀ ਬੜੀ ਹੈ, ਠੰਡਾ ਹੁੰਦੀ ਹੈ। AC ਦਾ ਖੋਲ ਖੋਲਿਆ, ਵਿੱਚ ਪੱਖੀ ਰੱਖੀ ਵੀ। ਕਹਿੰਦੇ ਭੱਟੀ ਸਾਹਿਬ ਕਮਾਲ ਕਰਤੀ, ਤੁਸੀਂ ਤਾਂ ਆਹ ਇੰਨੀ ਮਹਿੰਗਾਈ ਦੇ ਯੁੱਗ ਦੇ ਵਿੱਚ ਮਰੂਤੀ ਕਾਰ ਲੈ ਲਈ, ਇੰਨਾ ਤੇਲ ਤੂਲ ਤੁਸੀਂ ਪਵਾ ਸਕਦੇ ਹੋ? ਉਹ ਕਹਿੰਦਾ ਨਹੀਂ, ਡਰਾਈਵਰ ਹੋਰ ਹੈ। ਕਹਿੰਦਾ ਕਿਹੜਾ ਡਰਾਈਵਰ? ਕਹਿੰਦੇ ਜਾਣਾ ਸ਼ਹਿਰ ਦਾ ਗੇੜਾ ਕੱਢ ਕੇ ਆਈਏ। ਕਹਿੰਦਾ ਚਲੋ। ਮੂਹਰੇ ਖਚਰਾ ਜੋੜ ਲਿਆ ਉਹਨੇ। ਕਹਿੰਦਾ ਦੇਖ
ਚੱਲਦਾ ਹੈ। ਤੇ ਅੱਜ ਲੋਕਾਂ ਨੂੰ ਉਸ ਵੇਲੇ, ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਹੋ, ਮੈਂ ਵੀ ਪਿੰਡਾਂ ਦਾ ਰਹਿਣ ਵਾਲਾ ਹਾਂ ਜੀ, ਬਿਲਕੁਲ। ਅਸੀਂ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਘਰ ਜਾਂਦਾ ਸੀ, ਗਰਮੀ ਦਾ ਮਹੀਨਾ ਦੇਖ ਕੇ ਆ ਲੋਕ ਜਿਹੜਾ ਬੱਤਾ ਪੀਂਦੇ ਆ ਜਾਂ ਹੋਰ ਪੀਂਦੇ ਆ, ਇਹ ਤਾਂ ਇੱਥੇ ਆ ਕੇ ਆ ਗਿਆ। ਪਿੰਡਾਂ ਦੇ ਵਿੱਚ ਤਾਂ ਇਹ ਬੜਾ ਕਮਾਲ ਹੁੰਦਾ ਸੀਗਾ ਕਿ ਆਮ ਤੌਰ ਤੇ ਖੇਤਾਂ 'ਚ ਨਿੰਬੂ ਲੱਗਿਆ ਹੋਣਾ, ਵੀ ਹੋਰ ਨਹੀਂ ਕੋਈ ਯਾਰ ਚਲੋ ਸ਼ਿਕੰਜਵੀ ਬਣਾ ਲਓ, ਨਿੰਬੂ ਪਾ ਕੇ ਸ਼ਿਕੰਜਵੀ ਬਣਾ ਲੈਂਦੇ ਸੀ। ਅੱਜ ਇੱਕ ਨਿੰਬੂ 25 ਰੁਪਏ ਦਾ ਮਿਲਦਾ ਹੈ, 250 ਰੁਪਏ ਕਿਲੋ ਮਿਲ ਰਹੇ ਨੇ ਇੱਥੇ। ਬਿਲਕੁਲ ਜੀ। ਤੇ ਲੋਕ ਜਾਣਗੇ ਕਿੱਧਰ ਨੂੰ। ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਪਿੰਡਾਂ ਵਾਲੇ ਲੋਕ, ਇੱਥੋਂ ਵਾਲੇ ਤਾਂ ਕਹਿੰਦੇ ਆ ਨਾ ਠੰਡਾ ਦੇ ਦਿਓ, ਤੇ ਪੁਰਾਣੇ ਕਹਿੰਦੇ ਹੁੰਦੇ ਸੀਗੇ ਬੱਤਾ, ਉਦੋਂ ਉਹ ਗੋਲੀ ਵਾਲਾ ਹੁੰਦਾ ਸੀ, ਉਹ ਦੁੱਧ 'ਚ ਪਾ ਕੇ ਲਾਲ ਜਿਹੇ ਰੰਗ ਦਾ, ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ, ਉਹ ਹੁੰਦਾ ਸੀ। ਤੇ ਸੁਖੀ ਹੋਰਾਂ ਨੂੰ ਯਾਦ ਹੋਵੇਗਾ ਕਿ ਉਸ ਵੇਲੇ ਲਿਖਿਆ ਗਿਆ ਸੀਗਾ ਗੁਰਦਾਸ ਮਾਨ ਵੱਲੋਂ, ਦੁੱਧ 'ਚ ਪਾ ਕੇ ਬੱਤਾ ਪੀਤਾ ਹੈ ਜੀ, ਹੱਟੀ ਵਾਲੇ ਕੁਝ ਨਾ ਲੀਤਾ, ਕਿਉਂਕਿ ਉਸ ਗਲਾਸ 'ਚ ਪਾ ਕੇ ਕਈਆਂ ਨੇ ਦਿਲ ਰਾਜੀ ਕੀਤਾ, ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ, ਅਸਾਂ ਤੇਰੀ ਤੋਰ ਦੇਖਣੀ, ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ। ਉਹ ਬੱਤੇ ਦੀ ਗੱਲ ਕਰਦੇ ਸੀ ਕਿ ਬੱਤਾ ਸਾਡਾ ਪਿੰਡਾਂ ਦਾ ਕਲਚਰ ਦਾ ਇੱਕ ਨਿਖੜਵਾਂ ਅੰਗ ਸੀ। ਪਿੰਡਾਂ ਵਾਲੇ ਨਾ ਠੰਡਾ ਕਹਿੰਦੇ ਸੀ ਨਾ ਸੋਢਾ ਕਹਿੰਦੇ ਸੀ। ਸੋਢਾ ਹੁਣ ਤਾਂ ਖਾਰੇ ਨੂੰ ਕਹਿਣ ਲੱਗ ਗਏ, ਉਹਨਾਂ ਦੇ ਵਿੱਚ ਸਾਰਿਆਂ ਨੂੰ ਹੀ ਕਹੀ ਜਾਂਦੇ ਸੀ, ਤੇ ਪਰ ਪਿੰਡਾਂ ਦੇ ਵਿੱਚ ਉਹ ਸ਼ਬਦ ਬੱਤਾ ਮਸ਼ਹੂਰ ਸੀ। ਬਿਲਕੁਲ ਜੀ। ਮੇਰੇ ਕਹਿਣ ਦਾ ਮਤਲਬ ਕਿ ਮਹਿੰਗਾਈ ਚਾਰੇ ਪਾਸਿਓਂ ਵੱਧ ਰਹੀ ਹੈ। ਬਠਿੰਡੇ ਦੇ ਵਿੱਚ ਲੋਕਾਂ ਨੇ ਅਨੋਖੇ ਕਿਸਮ ਦਾ ਇੱਕ ਕੀਤਾ, ਉਹਨਾਂ ਨੇ ਸਲਾਦ ਕੱਟ ਕੇ ਉਹ ਗਲ 'ਚ ਪਾਇਆ ਵਾ, ਸਿਰ ਦੇ ਉੱਤੇ ਕੁਝ ਹੋਰ ਸਬਜ਼ੀਆਂ ਲਾਈਆਂ ਹੋਈਆਂ ਨੇ, ਰੱਸੀ ਬੰਨ੍ਹ ਕੇ ਕੰਨਾਂ ਦੇ ਉੱਤੇ ਵੀ ਟੰਗੇ ਹੋਏ ਨੇ। ਅੱਜ ਅਸੀਂ ਕਹਿੰਦੇ ਹਾਂ ਕਿ ਰਸੋਈ ਦਾ ਬਜਟ ਵਿਗਾੜਤਾ। ਤੁਸੀਂ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰ ਲਓ, ਜੇ ਛੋਟੇ ਤੋਂ ਛੋਟੇ ਘਰ ਦਾ ਰਾਸ਼ਨ 4,000 ਰੁਪਏ ਦਾ ਮਹੀਨੇ ਦਾ ਹੁੰਦਾ ਸੀ, ਅੱਜ ਉਹ ਰਾਸ਼ਨ 5,000 ਜਾਂ 5,500 ਚ ਆਉਂਦਾ। 1,500 ਰੁਪਇਆ ਵੱਧ ਗਿਆ 4,000 ਦੇ ਪਿੱਛੇ। ਜੇ 25% ਮੰਨੀਏ ਤਾਂ 1,000 ਰੁਪਇਆ ਬਣਦਾ ਹੈ, ਇਹ 30-32% ਵੱਧ ਗਿਆ। ਕੀ ਲੋਕਾਂ ਦੀ ਤਨਖਾਹ ਦੇ ਵਿੱਚ ਇੰਨਾ ਵੇਤਨ ਵਧਿਆ? ਅੱਜ ਲੋਕਾਂ ਨੂੰ ਯਾਦ ਆ ਰਿਹਾ ਪ੍ਰਧਾਨ ਮੰਤਰੀ ਸਾਹਿਬ ਦਾ 3 ਲੱਖ ਰੁਪਇਆ ਖਾਤਿਆਂ 'ਚ ਆਊਗਾ। ਕਈ ਮੇਰੇ ਵਰਗੇ ਨੇ 4-4 ਖਾਤੇ ਖੁਲਾ ਲਏ ਕਿ 4-4 ਥਾਵਾਂ ਤੇ ਆਊਗਾ। ਜੇ ਘਰ ਦੇ 5 ਜੀ ਆ, ਕਹਿੰਦੇ 15 ਲੱਖ ਆਊਗਾ। ਤੇ ਮੇਰੇ ਵਰਗੇ ਸੁਪਨੇ ਲੈਣ ਲੱਗ ਗਏ ਵੀ ਹੋਰ ਤਾਂ ਨਹੀਂ, ਕੁਝ ਕਾਰ ਹੀ ਨਵੀਂ ਲੈ ਲਾਂਗੇ। ਜਦੋਂ ਅਮਿਤ ਸ਼ਾਹ ਜੀ ਨੇ ਕਹਿਤਾ ਕਿ वो तो एक चोन जुमला था, ਲੋਕਾਂ ਦੀ ਫੂਕ ਨਿਕਲ ਗਈ। ਅੱਜ ਸਰਕਾਰ ਮਹਿੰਗਾਈ ਕਾਬੂ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਆਮ ਲੋਕਾਂ ਦੇ ਘਰਾਂ ਦੇ ਬਜਟ ਵਿਗੜ ਰਹੇ ਨੇ। ਅਜਿਹੇ ਦੇ ਵਿੱਚ ਕਾਫੀ ਮਾੜੇ ਪਾਸੇ ਵੱਲ ਅਸੀਂ ਤੁਰ ਰਹੇ ਹਾਂ। ਸੋ ਦੇਸ਼ ਦੇ ਹੁਕਮਰਾਨੋ, ਤੁਹਾਨੂੰ ਚੰਦ ਕਾਰਪੋਰੇਟ ਘਰਾਣਿਆਂ ਨੇ ਵੋਟਾਂ ਨਹੀਂ ਪਾਈਆਂ। 1 ਅਰਬ ਤੇ ਜਿਹੜਾ 40 ਕਰੋੜ ਮੁਲਕ ਹੈ, ਇਹਦੇ ਵਿੱਚੋਂ ਜੇ ਅਸੀਂ ਨਾਬਾਲਗ ਕੱਢ ਦਈਏ ਤਾਂ ਲਗਭਗ ਜਿਹੜਾ 1 ਅਰਬ ਮੁਲਕ ਹੈ, ਲਗਭਗ ਜਾਂ 90 ਕਰੋੜ ਕਹਿ ਲਈਏ, ਉਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ, ਤਾਂ ਤੁਸੀਂ ਇਸ ਥਾਂ ਤੇ ਬੈਠੇ ਹੋ। ਕਿਰਪਾ ਕਰਕੇ ਉਹ ਜਿਹੜੇ ਚੰਦ ਕਾਰੋਬਾਰੀ ਨੇ, ਉਹਨਾਂ ਨੂੰ ਛੱਡ ਕੇ ਆਮ ਲੋਕਾਂ ਦਾ ਵੀ ਖਿਆਲ ਰੱਖਿਆ ਕਰੋ। ਜੀ ਜੀ ਢਿੱਲੋਂ ਜੀ, ਮੋਦੀ ਸਰਕਾਰ ਤੇ ਸਰਕਾਰੀ ਅਦਾਰੇ ਵੇਚਣ ਦੇ ਦੇਖਿਆ ਜਾਂਦਾ ਕਿ ਇਲਜ਼ਾਮ ਲੱਗਦੇ ਨੇ, ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਮੋਦੀ ਸਰਕਾਰ 'ਚ 96 ਜਨਤਕ ਕਾਰੋਬਾਰੀ ਅਦਾਰੇ ਬਣੇ ਨੇ। ਇੱਕ ਅਖਬਾਰ ਨੇ ਪ੍ਰਮੁੱਖਤਾ ਦੇ ਨਾਲ ਛਾਪਿਆ ਜੀ ਕਿ ਕਿਵੇਂ ਇਹ ਮਾਮਲਾ ਹੈਗਾ 2014 ਤੋਂ ਹੁਣ ਤੱਕ ਦਾ। ਇਹਨਾਂ ਨੇ 96 ਜਿਹੜੇ ਜਨਤਕ ਅਦਾਰੇ ਕਹਿੰਦੇ ਹੋਂਦ 'ਚ ਲਿਆਂਦੇ ਨੇ, ਵੈਸੇ ਬਹੁ ਗਿਣਤੀ ਤਾਂ ਬੰਦ ਹੀ ਕਰਾਏ ਨੇ। 2020 ਤੱਕ ਇਹਨਾਂ ਨੇ 256 ਸਾਡੇ ਕੋਲੇ ਜਨਤਕ ਅਦਾਰੇ ਸੀ।
ਇਹਨਾਂ ਵਿੱਚੋਂ 171 ਲਾਭ ਤੇ ਚੱਲ ਰਹੇ ਹੈ ਤੇ 84 ਆ ਜਿਹੜੇ ਉਹ ਘਾਟੇ ਵਿੱਚ ਚੱਲ ਰਹੇ ਨੇ। ਇਹ ਕਹਿੰਦੇ 96 ਅਸੀਂ ਨਵੇਂ ਬਣਾ ਲਏ। ਨਵੇਂ ਬਣਾਉਣ ਦੀ ਥਾਂ ਤੇ ਜਿਹੜੇ 84 ਘਾਟੇ 'ਚ ਚੱਲ ਰਹੇ ਜੇ ਉਹਨਾਂ ਨੂੰ ਲੀਹ ਤੇ ਚਾੜੇ ਲਿਆ ਜਾਂਦਾ। ਸੋ ਮੇਰੇ ਕਹਿ ਦਾ ਮਤਲਬ ਇਹ ਅੱਗਾ ਦੌੜ ਪਿੱਛਾ ਚੌੜ ਨਾ ਕਰੋ, ਇਹ ਗਲਤ ਹੈ। ਜਿਹੜੇ ਜਨਤਕ ਅਦਾਰੇ ਘਾਟੇ 'ਚ ਜਾ ਰਹੇ ਨੇ, ਪਹਿਲਾਂ ਉਹਨਾਂ ਜਨਤਕ ਅਦਾਰਿਆਂ ਨੂੰ ਮੁਨਾਫੇ 'ਚ ਲਿਆਓ, ਉਹਨਾਂ ਦੀ ਹੋਂਦ ਬਰਕਰਾਰ ਰਹਿਣੇ, ਉਹ ਜੀਵਤ ਰਹਿਣੇ ਚਾਹੀਦੇ ਨੇ। ਤੇ ਤੁਹਾਡੀਆਂ ਨੀਤੀਆਂ ਕਰਕੇ ਜਦੋਂ ਉਹਨਾਂ ਦੀਆਂ ਦੇਣ ਜਿਹੜੀਆਂ ਉਹਨਾਂ ਨੇ ਲੈਣੀਆਂ ਨੇ, ਮੰਨ ਲਓ ਕੋਈ ਸਹਿਕਾਰੀ ਸਭਾਵਾਂ ਨੇ, ਉਹਨਾਂ ਦੇ ਲੋਕਾਂ ਵੱਲ ਪੈਸੇ ਨੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਲੋਕ ਉਹਨਾਂ ਨੂੰ ਭਰ ਨਹੀਂ ਰਹੇ, ਉਹਨਾਂ ਦੀਆਂ ਅਦਾਇਗੀਆਂ ਵਾਪਸ ਨਹੀਂ ਆ ਰਹੀਆਂ, ਤੇ ਉਹ ਚੱਲਣਗੇ ਕਿਵੇਂ? ਜਿਹੜਾ ਲੋਕਾਂ ਦੇ ਵਿੱਚ ਉਹਨਾਂ ਦਾ ਪੈਸਾ ਵੰਡਿਆ ਹੋਇਆ ਹੈ, ਜੇ ਉਹ ਲੋਕਾਂ ਰਿਕਵਰੀਆਂ ਵਾਪਸ ਹੀ ਨਹੀਂ ਆਉਣਗੀਆਂ, ਕਿੰਨੇ ਕੁ ਦਿਨ ਤੱਕ ਚੱਲ ਸਕਦੇ ਆ? ਇਸ ਕਰਕੇ ਜਿਹੜੇ ਘਾਟੇ 'ਚ ਜਾ ਰਹੇ ਨੇ 84 ਜਨਤਕ ਅਦਾਰੇ, ਉਹਨਾਂ ਨੂੰ ਸਰਵਾਈਵ ਕਰੋ, ਉਹਨਾਂ ਨੂੰ ਜੀਵਤ ਕਰੋ, ਤਾਂ ਜੋ ਲੋਕ ਤੁਹਾਡੇ ਨਾਲ ਉਸ ਪਾਸੇ ਵੱਲ ਰਹਿ ਸਕਣ। ਉਹ ਅਦਾਰੇ ਵੀ ਜਿਹੜੇ ਹੈ, ਉਹਨਾਂ ਦੇ ਵਿੱਚ ਜਿਹੜਾ ਉਹ ਮਨੁੱਖ ਕੰਮ ਕਰਦਾ ਹੈ, ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਨਾ ਹੋਵੇ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ, ਤਾਂ ਇਸ ਦਾ ਕੀ ਬਣਿਆ? ਇਹ ਸਵਾਲ 38 ਸਾਲਾਂ ਦੇ ਬਾਅਦ ਵੀ ਜਿਉਂਦਾ ਤਿਉਂ ਖੜਿਆ। ਰੀਨਾ ਜੀ, ਇਹ ਜਦੋਂ ਦਰਬਾਰ ਸਾਹਿਬ ਦੇ ਵਿੱਚ ਜੂਨ 1984 ਦੇ ਵਿੱਚ ਫੌਜੀ ਹਮਲਾ ਹੋਇਆ ਹੈ, ਜਿਹਨੂੰ ਕੋਡ ਵਰਡ ਦਿੱਤਾ ਗਿਆ ਸੀ ਫੌਜ ਵੱਲੋਂ ਸਾਕਾ ਨੀਲਾ ਤਾਰਾ, ਬਲੂ ਸਟਾਰ ਅੰਗਰੇਜ਼ੀ 'ਚ ਕਿਹਾ ਗਿਆ। ਉਸ ਵੇਲੇ ਕਹਿੰਦੇ ਭਾਰਤੀ ਫੌਜ ਸਾਡੇ ਤੋਸ਼ੇਖਾਨੇ 'ਚੋਂ ਬਹੁਤ ਸਾਰੀਆਂ ਕੀਮਤੀ ਵਸਤਾਂ ਜਿਹੜੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਰਾਜਾ ਮਹਾਰਾਜਿਆਂ ਨੇ ਦਾਨ ਕੀਤੀਆਂ ਹੋਈਆਂ ਸਨ, ਕੁਝ ਗ੍ਰੰਥ ਸੀ, ਇਤਿਹਾਸਕ ਪੁਸਤਕਾਂ ਸੀ, ਇਤਿਹਾਸਕ ਹੋਰ ਵਸਤਾਂ ਸੀ, ਕਹਿੰਦੇ ਇਹਨਾਂ ਸਾਰੀਆਂ ਨੂੰ ਚੱਕ ਕੇ ਜਿਹੜਾ ਭਾਰਤੀ ਫੌਜ ਲੈ ਗਈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੂਨ ਦੇ ਮਹੀਨੇ ਵਿੱਚ ਇਹ ਕਹਿ ਦਿੰਦੇ ਆ ਕਿ ਸਾਨੂੰ ਉਹ ਸਮਾਨ ਵਾਪਸ ਨਹੀਂ ਮਿਲਿਆ। ਜਦੋਂ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸੀ, ਉਹਨਾਂ ਨੇ ਇੱਕ ਸਬ ਕਮੇਟੀ ਬਣਾਈ। ਇਹ ਗੱਲ ਆ 2019 ਦੀ। ਉਹਦੇ ਵਿੱਚ ਕਈ ਮੈਂਬਰ ਸ਼ਾਮਲ ਕੀਤੇ ਗਏ, ਸਾਬਕਾ ਪ੍ਰਧਾਨ ਸ਼ਾਮਲ ਕੀਤੇ ਗਏ। ਉਹਨਾਂ ਨੇ ਕਿਹਾ ਸਾਨੂੰ ਵਾਪਸ ਨਹੀਂ ਦਿੱਤਾ। ਜਦੋਂ ਫਿਰ ਅਮਿਤ ਸ਼ਾਹ ਬਣਦੇ ਨੇ ਗ੍ਰਹਿ ਮੰਤਰੀ, ਇਹ ਚਿੱਠੀਆਂ ਲਿਖ ਦਿੰਦੇ ਸੀ ਹਰ ਵਾਰ। ਉਹਨਾਂ ਨੇ ਚਿੱਠੀ ਇਹਨਾਂ ਨੂੰ ਲਿਖਤੀ ਕਿ ਦੱਸੋ, ਪਹਿਲਾਂ ਜਾਰਜ ਫਰਨਾਂਡੇਜ਼ ਸੀਗੇ ਡਿਫੈਂਸ ਮਿਨਿਸਟਰ, ਉਹਨਾਂ ਨੇ, ਕਾਂਗਰਸੀ ਮੰਤਰੀਆਂ ਨੇ, ਵਾਜਪਾਈ ਸਾਹਿਬ ਵੇਲੇ ਦੇ ਮੰਤਰੀਆਂ ਨੇ ਤੇ ਹੋਰਨਾਂ ਨੇ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਕੁਝ ਨਹੀਂ, ਤੁਹਾਨੂੰ ਦੇਤਾ ਸਾਰਾ ਕੁਝ। ਲੇਕਿਨ ਇਹ ਹਰ ਵਾਰ ਠਾ ਆਉਂਦੇ ਸੀ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਜੇ ਅਸੀਂ ਸ਼ੇਰ ਹੈ ਤੇ ਅਮਿਤ ਸ਼ਾਹ ਸਵਾ ਸ਼ੇਰ ਹੈ। ਉਹਨੇ ਚਿੱਠੀ ਇਹਨਾਂ ਨੂੰ ਲਿਖਤੀ ਕਿ ਤੁਸੀਂ ਸਾਨੂੰ ਸੂਚੀ ਬਣਾ ਕੇ ਦਿਓ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਤੁਹਾਡੀ ਰਹੇਗੀ। ਸੂਚੀ ਤਾਂ ਬਣਾਉਣਾ ਜੇ ਇਹਨਾਂ ਕੋਲ ਕੋਈ ਰਿਕਾਰਡ ਹੋਵੇ। ਬਿਲਕੁਲ ਜੀ, ਉਲਟਾ ਫਸ ਗਏ ਉਹਦੇ 'ਚ। ਹੁਣ ਕਈਆਂ ਨੇ ਮੁੱਦਾ ਉਠਾਇਆ ਹੈ ਕਿ ਤੁਸੀਂ, ਉਹ ਕਹਿੰਦੇ ਆ ਵੀ ਅਸੀਂ ਵਾਪਸ ਦੇਤਾ, ਤੁਸੀਂ ਕਹਿੰਦੇ ਹੋ ਸਾਡਾ ਇਹ ਆਇਆ ਨਹੀਂ, ਤੇ ਫਿਰ ਤੁਸੀਂ ਕੋਈ FIR ਦਰਜ ਕਰਾਈ ਕਿਸੇ ਤੇ ਕਿ ਸਾਨੂੰ ਸਮਾਨ ਵਾਪਸ ਨਹੀਂ ਆਇਆ? ਨਹੀਂ ਆਇਆ ਜੀ, ਬਿਲਕੁਲ। ਸੋ ਇਹ 1984 ਦੇ ਉੱਤੋਂ ਇਹਦੇ ਉੱਤੇ ਜਿਹੜਾ ਇਹ ਸਿਆਸੀ ਲਾਹਾ ਲੈਂਦੇ ਸੀਗੇ ਤੇ ਅਮਿਤ ਸ਼ਾਹ ਨੇ ਉਲਟੇ ਫਸਾਤੇ। ਅਜੇ ਤੱਕ ਇਹ ਉਹ ਸੂਚੀ ਨਹੀਂ ਦੇ ਸਕੇ ਕਿ ਕਿਹੜੀ ਚੀਜ਼ ਸਾਨੂੰ ਮਿਲ ਗਈ, ਕਿਹੜੀ ਚੀਜ਼ ਸਾਡੀ ਬਕਾਇਆ ਨਹੀਂ ਮਿਲੀ। ਇਹਦੇ ਤੇ ਮੌਜੂਦਾ ਪ੍ਰਧਾਨ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਸਾਹਿਬ, ਹੁਣ ਲੌਂਗੋਵਾਲ ਸਾਹਿਬ ਤਾਂ ਹੈ ਨਹੀਂ, ਉਹਨਾਂ ਨੇ ਉਹ ਚਿੱਠੀ ਲਿਖੀ ਸੀ, ਸਬ ਕਮੇਟੀ ਬਣਾਈ ਸੀ। ਇਹਨਾਂ ਨੂੰ ਚਾਹੀਦਾ ਕਿ ਜੇ ਕੇਂਦਰ ਸਰਕਾਰ ਉਹਦੇ ਵਿੱਚ ਥੋਤੋਂ ਜਵਾਬ ਮੰਗਦਾ ਹੈ
ਤਾਂ ਉਹਦਾ ਸਪਸ਼ਟੀਕਰਨ ਤੁਹਾਨੂੰ ਦੇਣਾ ਚਾਹੀਦਾ ਵੀ ਕਿਹੜੀਆਂ ਵਸਤਾਂ ਨੇ ਜਿਹੜੀਆਂ ਸਾਡੀਆਂ ਰਹਿ ਗਈਆਂ ਤੇ ਕਿਹੜੀਆਂ ਨੇ ਜਿਹੜੀਆਂ ਸਾਨੂੰ ਪ੍ਰਾਪਤ ਹੋ ਗਈਆਂ। ਤੇ ਜਿਹੜੇ ਹੋਰ ਸਵਾਲ ਉੱਠਦੇ ਆ, ਕਈਆਂ ਬਾਰੇ ਕਿਹਾ ਜਾ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵਿਕ ਗਈਆਂ, ਇਹਦੇ ਤੇ ਵਾਈਟ ਪੇਪਰ ਜਾਰੀ ਕਰੋ। ਇਹ ਕਈ ਜਥੇਦਾਰ ਸਾਹਿਬਾਨ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਤੇ ਹੋਰ ਇਹ ਮੰਗਦੇ ਪੁੱਛਦੇ ਆ, ਕਈ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਦੇ ਆਗੂ ਪੁੱਛਦੇ ਆ ਕਿ 84 ਤੋਂ ਲੈ ਕੇ ਕਿਹੜੀ ਚੀਜ਼ ਨਹੀਂ ਆਈ, ਕਿਹੜੀ ਚੀਜ਼ ਤੁਹਾਡੇ ਕੋਲ ਹੈ, ਕਿਹੜੀ ਚੀਜ਼ ਅਜੇ ਵੀ ਗੁੰਮ ਹੈ। ਇਹਦੇ ਤੇ ਇੱਕ ਸਫੈਦ ਪੱਤਰ ਜਾਰੀ ਕਰੋ। ਪਿਛਲੇ ਸਮੇਂ ਦੌਰਾਨ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਪਸ ਲੈ ਲਈਆਂ ਤੇ ਕਿਹੜੀਆਂ ਅਜੇ ਵੀ ਭਾਰਤੀ ਫੌਜ ਕੋਲ ਨੇ, ਤਾਂ ਜਦ ਉਹ ਮੰਗਦੇ ਆ ਕਿ ਸਾਨੂੰ ਸੂਚੀ ਦਿਓ। ਇਹ ਸਾਰੇ ਦਾ ਡਿਟੇਲ ਬਕਾਇਦਾ ਤੌਰ ਦੇ ਉੱਤੇ ਲੋਕਾਂ 'ਚ ਜਾਣੀ ਚਾਹੀਦੀ ਹੈ। ਇਹਦੇ ਤੇ ਸਫੈਦ ਪੱਤਰ ਜਾਰੀ ਕਰ ਦੇਣ ਪ੍ਰਧਾਨ ਸਾਹਿਬ, ਮੌਜੂਦਾ ਧਾਮੀ ਸਾਹਿਬ, ਕਿ ਆਹ ਚੀਜ਼ ਸਾਨੂੰ ਪ੍ਰਾਪਤ ਹੋ ਗਈ ਸੀ, ਆਹ ਚੀਜ਼ਾਂ ਅਜੇ ਵੀ ਸਾਡੀਆਂ ਗੁਆਚੀਆਂ ਹੋਈਆਂ ਨੇ। ਫਿਰ ਬਕਾਇਦਾ ਉਹਦੀ FIR ਦਰਜ ਕਰਾਓ, ਤੇ ਜਦੋਂ FIR ਦਰਜ ਹੋਊਗੀ ਤੇ ਪੁਲਿਸ ਵਾਲੇ ਜਾਂਚ ਦੇ ਵਿੱਚ ਆਪੇ ਲੱਭ ਲੈਣਗੇ। ਉਦੋਂ ਫਿਰ ਤੁਸੀਂ ਕਹਿਣਾ ਹੈ ਕਿ ਪੁਲਿਸ ਸਾਡੇ ਅੰਦਰੂਨੀ ਕੰਮਾਂ 'ਚ ਦਖਲ ਨਹੀਂ ਦੇ ਸਕਦੀ ਜੀ। ਫਿਰ ਤੁਸੀਂ ਕਰਦੇ ਹੋ ਸਪਸ਼ਟੀਕਰਨ, ਇੱਕ ਸਫੈਦ ਪੱਤਰ ਜਾਰੀ ਕਰ ਦਿਓ, ਉਹ ਸਫੈਦ ਪੱਤਰ ਦੇ ਵਿੱਚ ਸਾਰਾ ਕੁਝ ਆ ਜਾਵੇ ਤੇ ਲੋਕਾਂ ਨੂੰ ਕਿਸੇ ਕਿਸਮ ਦਾ ਭੁਲੇਖਾ ਨਾ ਰਹੇ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਹ ਸਮਾਨ ਸਾਡਾ ਨਹੀਂ ਮਿਲਿਆ, ਘੱਟੋ ਘੱਟ ਗ੍ਰਹਿ ਮੰਤਰੀ ਤੋਂ ਪੁੱਛਿਆ ਤਾਂ ਜਾਵੇ ਕਿ ਆਹ ਸਮਾਨ ਇਹਨਾਂ ਦਾ ਨਹੀਂ ਮਿਲਿਆ, ਕਿਹਦੇ ਕੋਲ ਹੈ, ਉਹ ਦਿਵਾਓ। ਜੀ ਬਿਲਕੁਲ ਜੀ। ਢਿੱਲੋਂ ਜੀ, ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਤਾਂ ਨਜਾਇਜ਼ ਖਨਨ ਮਾਮਲੇ 'ਚ ਦੇਖਿਆ ਜਾ ਰਿਹਾ ਕਿ ਸਕੰਜਾ ਉਹਨਾਂ ਤੇ ਕੱਸਦਾ ਨਜ਼ਰ ਆ ਰਿਹਾ ਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਬੇਟਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਸ ਮਾਮਲੇ ਨੂੰ ਲੈ ਕੇ। ਦੇਖੋ, ਇਹ ਮਾਮਲਾ ਹਣੀ ਤੇ ਚੱਲਿਆ ਸੀ, ਭੁਪਿੰਦਰ ਸਿੰਘ ਹਣੀ ਜੀ। ਜਦੋਂ ਕੋਈ ਇੱਕ ਮਾਮਲਾ ਸਾਹਮਣੇ ਆ ਜਾਵੇ, ਹਾਲਾਂਕਿ ਉਹਦੀ ਚਾਰਜ ਸ਼ੀਟ ਉਹਨਾਂ ਨੇ ਫਾਈਲ ਕਰਤੀ ਹੈ, ਦੋਸ਼ ਪੱਤਰ, ਜੇ ਨਵੀਆਂ ਚੀਜ਼ਾਂ ਆ ਜਾਂਦੀਆਂ ਨੇ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ, ਮੰਨ ਲਓ 5 ਬੰਦਿਆਂ ਨੇ ਰਲ ਕੇ ਕੋਈ ਕ੍ਰਾਈਮ ਕੀਤਾ ਹੈ, ਪੁਲਿਸ ਦੇ ਹੱਥ ਇੱਕ ਵੱਡਾ ਬੰਦਾ ਚੜ ਗਿਆ ਜਿਹੜਾ ਮੁੱਖ ਦੋਸ਼ੀ ਸੀ, ਪੁਲਿਸ ਜਾਂਚ ਕਰਦੀ ਹੈ, ਜਿਮਨੀਆਂ ਬਣਾਉਂਦੀ ਹੈ, ਉਹਦਾ ਦੋਸ਼ ਪੱਤਰ ਅਦਾਲਤ 'ਚ ਦੇ ਦਿੰਦੀ ਹੈ। ਫੈਸਲਾ ਅਦਾਲਤਾਂ ਨੇ ਕਰਨਾ ਹੁੰਦਾ ਹੈ ਕਿ ਜਿਹੜਾ ਕੁਝ ED ਹੋਵੇ, ਆਮਦਨ ਕਰ ਹੋਵੇ, CBI ਹੋਵੇ, ਵਿਜੀਲੈਂਸ ਹੋਵੇ, NIA ਹੋਵੇ, ਇਹ ਤਾਂ ਸਿਆਸੀ ਦਬਾਵਾਂ ਦੇ ਵਿੱਚ ਬਹੁਤ ਕੁਝ ਕਰ ਦਿੰਦੇ ਨੇ। ਪਰ ਇਹ ਮਾਮਲਾ ਅਦਾਲਤ ਨੇ ਦੇਖਣਾ ਹੈ ਕਿ ਜਿਹੜੇ ਦੋਸ਼ ਲੱਗੇ ਨੇ ਬੰਦੇ ਤੋਂ ਸਹੀ ਨੇ, ਗਵਾਹ ਹੱਕ 'ਚ ਭੁਗਤਦੇ ਨੇ ਜਾਂ ਨਹੀਂ। ਜੇ ਤਾਂ ਸਾਰਾ ਕੁਝ ਮੇਲ ਖਾ ਜਾਵੇ, ਅਦਾਲਤਾਂ ਸਜ਼ਾ ਦੇ ਦਿੰਦੀਆਂ ਨੇ, ਜੇ ਮੇਲ ਨਾ ਖਾਵੇ ਤਾਂ ਬਰੀ ਵੀ ਕਰ ਦਿੰਦੇ ਆ। ਇੱਥੇ ਤੱਕ ਇਹੋ ਜਿਹੇ ਵੀ ਬਰੀ ਹੋ ਗਏ। ਯੂਪੀ ਦੇ ਵਿੱਚ ਇੱਕ ਮੁਕਾਬਲਾ ਹੋਇਆ ਸੀ, ਆ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 20 ਸਾਲ ਲੱਗੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ, 5-5 ਸਾਲ ਦੀ ਕੈਦ ਹੋਈ ਤੇ ਇਹਨਾਂ ਨੇ ਰਿਕਮੈਂਡ ਕਰਕੇ ਗਵਰਨਰ ਤੋਂ ਬੰਦੇ ਹੀ ਮਹੀਨੇ ਬਾਅਦ ਹੀ ਬਰੀ ਕਰਾਤੇ। ਇਹ ਮਾਮਲਿਆਂ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੇ ਟੱਬਰ ਨੂੰ 20 ਸਾਲ ਲੱਗ ਗਏ ਸਜ਼ਾ ਦਿਵਾਉਣ ਵਾਸਤੇ, ਵੀ ਸਾਡਾ ਮੁੰਡਾ ਇੱਥੋਂ ਅਗਵਾ ਕੀਤਾ, ਯੂਪੀ 'ਚ ਲੈ ਜਾ ਕੇ ਮਾਰਤਾ, ਇਹ ਕਹਿੰਦੇ ਆ ਕਿ ਫਲਾਨੀ ਚੀਜ਼ ਦਾ ਮਿਸਯੂਜ਼ ਹੁੰਦਾ ਤੇ ਤੁਸੀਂ ਨਹੀਂ ਕੀਤਾ। ਸੋ ਇਸ ਕਰਕੇ ਹੁਣ ਉਹਨਾਂ ਦੇ ਕੋਲ ਜੇ ਅਗਲੇ ਸਬੂਤ ਆਏ ਨੇ, ਚੰਨੀ ਸਾਹਿਬ ਤੋਂ ਪੁੱਛਗਿੱਛ ਹੋ ਗਈ ਹੈ ਜੀ। ਬਿਲਕੁਲ, ਚੰਨੀ ਸਾਹਿਬ ਦੇ ਮੁੰਡਿਆਂ ਤੋਂ ਪੁੱਛਗਿੱਛ ਹੈ, ਚੰਨੀ ਸਾਹਿਬ ਨੂੰ ਦੁਬਾਰਾ ਵੀ ਸੱਦਿਆ ਜਾ ਸਕਦਾ ਹੈ। ਇਹ ਹੁਣ ਚੰਨੀ ਸਾਹਿਬ ਨੂੰ ਚਾਹੀਦਾ ਹੈ ਕਿ ਜੇ ਉਹ ਨਿਰਦੋਸ਼ ਨੇ ਤਾਂ ਉਸ ਤਰ੍ਹਾਂ ਦੇ ਸਬੂਤ, ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਨੇ ਉਹਨਾਂ ਨੂੰ ਵੀ ਅਗਲੇ ਸਮੇਂ ਵਿੱਚ ਬੁਲਾਇਆ ਜਾ ਸਕਦਾ ਹੈ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਆਵਾਜ਼ ਪ੍ਰਦੂਸ਼ਣ ਦੀ, ਦੇਖਿਆ ਜਾ ਰਿਹਾ ਤਾਂ ਆਵਾਜ਼ ਪ੍ਰਦੂਸ਼ਣ ਲਗਾਤਾਰ ਵੱਧਦਾ ਹੀ ਜਾ ਰਿਹਾ, ਚਾਹੇ ਉਹ ਪ੍ਰੈਸ਼ਰ ਹਾਰਨਾਂ ਦੀ ਗੱਲ ਕੀਤੀ ਜਾਵੇ, ਹੋਰ ਵੀ ਕਈ ਚੀਜ਼ਾਂ ਦੇਖਦੇ ਆ ਕਿ ਆਵਾਜ਼ ਪ੍ਰਦੂਸ਼ਣ ਕਾਫੀ ਫੈਲਦਾ ਜਾ ਰਿਹਾ, ਜਿਸ ਨੂੰ ਲੈ ਕੇ ਉੱਚੀ ਆਵਾਜ਼ ਹੁਣ ਮੌਲਿਕ ਅਧਿਕਾਰ ਦੀ ਉਲੰਘਣਾ ਹੋਵੇਗੀ, ਸੁਪਰੀਮ ਕੋਰਟ ਦਾ ਕਹਿਣਾ। ਸੁਪਰੀਮ ਕੋਰਟ ਬਹੁਤ ਚਿਰ ਤੋਂ ਕਹਿ ਰਿਹਾ ਹੈ ਜੀ। ਰੀਨਾ ਜੀ, ਜਿਹੜੇ ਸਾਡੇ ਕੰਨ ਨੇ, ਇਹ ਕੰਨ ਜਿਹੜਾ ਆਵਾਜ਼ ਦਾ ਪੈਮਾਨਾ ਹੁੰਦਾ ਉਹਨੂੰ ਡੈਸੀਬਲ ਕਹਿੰਦੇ ਨੇ। ਉਹ ਇੱਕ ਖਾਸ ਡੈਸੀਬਲ ਤੱਕ ਸੁਣ ਸਕਦੀ ਹੈ ਜੀ। ਜੇ ਉਸ ਡੈਸੀਬਲ ਤੋਂ ਤੁਹਾਡੇ ਕੰਨ ਕੋਲੇ ਆ ਕੇ ਕੋਈ ਜ਼ਿਆਦਾ ਉੱਚੀ ਆਵਾਜ਼ 'ਚ ਵਜਾਏਗਾ, ਉਹਦਾ ਨੁਕਸਾਨ ਵਜਾਉਣ ਵਾਲੇ ਦਾ ਨਹੀਂ, ਤੁਹਾਡੇ ਕੰਨਾਂ ਦਾ ਹੋ ਸਕਦਾ, ਤੁਸੀਂ ਬੋਲਾਪਨ ਦਾ ਸ਼ਿਕਾਰ ਹੋ ਸਕਦੇ ਹੋ। ਸੁਪਰੀਮ ਕੋਰਟ ਨੇ ਇਹਨੂੰ ਕਿਹਾ, ਇੱਥੇ ਹੁੰਦਾ ਕੀ ਹੈ, ਜ਼ਿਲ੍ਹਾ ਮੈਜਿਸਟ੍ਰੇਟ ਨੇ 10 ਵਜੇ ਤੋਂ ਬਾਅਦ ਲਾਊਡ ਸਪੀਕਰ ਲਾਉਣ ਦੀ ਪਾਬੰਦੀ ਲਾਈ ਹੈ
मैं किसी एक की गल नहीं करता, जे किसी एक की गल करांगा वो कहणगे जानबुझ के सानू करदा। इत्थे अनेका धर्मां वाले ने ਜਿਹੜੇ ਸਾਰੀ ਸਾਰੀ ਰਾਤ ਵਜਾਈ ਜਾਂਦੇ ਨੇ। ਸਾਨੂੰ ਯਾਦ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਪੰਚਾਇਤ ਨੇ ਸਾਰਿਆਂ ਦੀ ਰਾਏ ਦੇ ਨਾਲ ਗੁਰਦੁਆਰਾ ਸਾਹਿਬ ਦਾ ਸਪੀਕਰ ਵੀ ਜਦੋਂ ਸਵੇਰੇ 4 ਵਜੇ ਤਕਰੀਬਨ ਹੈੱਡ ਗ੍ਰੰਥੀ ਸਾਹਿਬ ਵਾਕ ਲੈਂਦੇ ਸੀ, ਹੁਕਮਨਾਮਾ ਲੈਂਦੇ ਸੀ, ਉਹ ਹੁਕਮਨਾਮਾ ਤਾਂ ਉਤਲੇ ਸਪੀਕਰ 'ਚ ਲੈ ਲੈਂਦੇ ਸੀ, ਨਾਲ ਇਹ ਵੀ ਦੱਸ ਦਿੰਦੇ ਸੀ ਕਿ 4 ਵਜੇ ਕੇ ਭਾਈ ਉੱਠ ਖੜੋ। ਤੇ ਜਿਹੜੀ ਉਸ ਤੋਂ ਬਾਅਦ 5 ਬਾਣੀਆਂ ਜਾਂ ਹੋਰ ਪੜ੍ਹੀਆਂ ਜਾਂਦੀਆਂ ਸੀ, ਉਹ ਜਿਹੜਾ ਅੰਦਰੂਨੀ ਹੈ ਉਹਨਾਂ ਦੇ ਕੰਪਲੈਕਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੰਦਿਰ ਦੇ ਜਾਂ ਕਿਤੇ ਹੋਰ ਲੱਗਿਆ ਸੀ, ਉਹ ਉੱਪਰਲਾ ਸਪੀਕਰ ਬੰਦ ਕਰ ਦਿੰਦੇ ਸੀ, ਸਿਰਫ ਉਹ ਚਲਾਇਆ ਜਾਂਦਾ ਸੀ। ਵਿਆਹਾਂ ਦੇ ਵਿੱਚ ਵੀ ਕਿਹਾ ਗਿਆ ਕਿ ਜਿਹੜੇ ਮੈਰਿਜ ਪੈਲਸ ਨੇ ਇਹ ਸਾਊਂਡ ਪ੍ਰੂਫ ਹੋਣੇ ਚਾਹੀਦੇ ਨੇ, ਇਹਨਾਂ ਦੀ ਆਵਾਜ਼ ਬਾਹਰ ਨਾ ਜਾਵੇ। ਤੇ ਇੱਥੇ ਕਈ ਧਾਰਮਿਕ ਵਿਆਹਾਂ ਵਾਲੇ ਦੂਜੇ ਤੀਜੇ ਰਾਤ ਦੇ 12-12 ਵਜੇ ਤੱਕ, ਕਈ ਸਵੇਰੇ 4 ਵਜੇ ਤੱਕ ਲੱਗੇ ਰਹਿੰਦੇ ਨੇ। ਇਹ ਮਾਨਯੋਗ ਅਦਾਲਤ ਨੇ, ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਇਹ ਨਹੀਂ ਹੋਏਗਾ, ਇਹਨੂੰ ਬੰਦ ਕਰੋ। ਜੇ ਕਿਸੇ ਨੇ ਕੋਈ ਧਾਰਮਿਕ ਕੰਮ ਕਰਾਉਣਾ ਹੈ, ਉਹਦੀ ਜਿਹੜੀ ਜ਼ਿਲ੍ਹਾ ਮੈਜਿਸਟ੍ਰੇਟ ਹੱਦ ਮਿੱਥਦਾ ਹੈ, ਇਹਨੂੰ ਮੰਨਦਾ ਨਹੀਂ ਕੋਈ, ਤੇ ਜ਼ਿਲ੍ਹਾ ਮੈਜਿਸਟ੍ਰੇਟ ਵੀ ਹਰ ਸਾਲ ਸਟੀਰੀਓਟਾਈਪ ਨੇ ਉਹਨਾਂ ਦੇ, ਰਾਤ ਦੇ 10 ਵਜੇ ਤੋਂ ਬਾਅਦ ਉੱਚੀ ਆਵਾਜ਼ ਦੇ ਵਿੱਚ ਸਪੀਕਰ ਚਲਾਉਣ 'ਤੇ ਪਾਬੰਦੀ ਹੋਵੇਗੀ। ਉਹ ਮੈਨੂੰ 30 ਸਾਲ ਦੇਖਦੇ ਨੂੰ ਹੋ ਗਏ, ਹਰ ਵਾਰ ਸਟੀਰੀਓਟਾਈਪ ਉਹੀ ਹੈ। ਜਲਨਸ਼ੀਲ ਵਸਤ ਜਿਹੜੇ ਸਾਡੇ ਗੈਸ ਦੇ ਪਲਾਂਟ ਨੇ, ਦੂਜੇ ਨੇ ਡੀਪੂ ਨੇ ਤੇਲ ਦੇ, ਉਹਨਾਂ ਦੇ ਕੋਲੇ ਨਹੀਂ ਜਲਾਇਆ ਜਾਊਗਾ, ਐਨ ਜਲਾ ਕੇ ਉੱਥੇ ਵਜਾਉਂਦੇ ਨੇ। 30 ਸਵਾਰੀ ਤੇ ਪਾਬੰਦੀ, ਦਫਾ 144 ਲੱਗ ਗਈ, 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋਣਗੇ। ਦੀਵਾਲੀ ਵੇਲੇ ਕਹਿੰਦੇ ਨੇ 8 ਤੋਂ 10 ਵਜੇ ਤੱਕ ਪਟਾਕੇ ਵੱਜਣਗੇ। ਕਿੰਨੇ ਕੁ ਲੋਕ ਸੁਣਦੇ ਨੇ? ਇਹ ਜ਼ਿਲ੍ਹਾ ਮੈਜਿਸਟ੍ਰੇਟ ਜੀ ਜਿਹੜਾ ਹੁਕਮ ਜਾਰੀ ਕਰਦੇ ਹੋ, ਜਾ ਕੇ ਦੇਖੋਗੇ ਉਹ ਜ਼ਮੀਨੀ ਪੱਧਰ ਤੇ ਲਾਗੂ ਹੋ ਰਿਹਾ ਜਾਂ ਨਹੀਂ ਹੋ ਰਿਹਾ। ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ, ਲੇਕਿਨ ਅਦਾਲਤ ਇਹਨਾਂ ਨੂੰ ਪਾਬੰਦ ਕਰਨ ਵਾਸਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਹੁਕਮ ਦੇਵੇ। ਜੀ, ਗੱਲ ਕੀਤੀ ਜਾਵੇ ਸਿੱਖਿਆ ਦੀ, ਤਾਂ ਅਦਾਲਤ ਸਿੱਖਿਆ ਦੇ ਖੇਤਰ ਦੇ ਵਿੱਚ ਮਾਹਿਰ ਵਜੋਂ ਫੈਸਲੇ ਨਹੀਂ ਸੁਣਾ ਸਕਦੀ। ਇਹ ਦੂਜਾ ਫੈਸਲਾ ਹੈ ਜੀ ਸੁਪਰੀਮ ਕੋਰਟ ਦਾ। ਜਦੋਂ ਤੋਂ NB ਰਮੰਨਾ ਸਾਹਿਬ ਮੁੱਖ ਜੱਜ ਬਣੇ ਨੇ, ਇਸ ਤਰ੍ਹਾਂ ਦੇ ਬੁੱਢ ਮੁੱਲੇ ਬਹੁਤ ਸਾਰੇ ਇਹ ਰੀਨਾ ਫੈਸਲੇ ਆ ਰਹੇ ਨੇ। ਉਹ ਕਹਿੰਦੇ ਅਦਾਲਤ ਦਾ ਕੰਮ ਨਹੀਂ ਕਿ ਉਹ ਮਾਹਰ ਵਜੋਂ ਕਿਸੇ ਮਾਮਲੇ ਦੇ ਵਿੱਚ ਜਾ ਕੇ ਕਹੇ, ਜਿਵੇਂ ਸਿੱਖਿਆ ਇਹ ਕੰਮ ਕਹਿੰਦੇ ਸੰਸਥਾਵਾਂ ਤੇ ਅਧਿਕਾਰੀਆਂ ਤੇ ਛੱਡ ਦੇਣਾ ਚਾਹੀਦਾ ਹੈ। ਜਿਹੜੀ ਕਿਸੇ ਰਾਜ ਦੀ ਸਿੱਖਿਆ ਦੇ ਵਿੱਚ ਉੱਚ ਅਧਿਕਾਰੀ ਹੈ, ਉਹ DPI ਹੈ, ਸਕੂਲ DPI ਕਾਲਜਾਂ, ਉਹ ਕਰਨ। ਅਸੀਂ ਇਹਦੇ ਵਿੱਚ ਕਿਉਂ ਕਰੀਏ ਜੀ? ਉਹ ਕਹਿੰਦੇ ਸਾਨੂੰ ਹੋਰ ਕੰਮ ਬਥੇਰੇ ਨੇ। ਉਹਨਾਂ ਨੇ ਇਸ ਕਰਕੇ ਇਸ ਪਟੀਸ਼ਨ ਦੇ ਉੱਤੇ ਕਹਿਤਾ ਕਿ ਮਾਹਰਾਂ ਵਜੋਂ ਕੋਈ ਵੀ ਅਦਾਲਤ ਦਖਲ ਨਹੀਂ ਦੇਵੇਗੀ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ, ਬਹੁਤ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।